ਸਾਡੇ ਨਾਲ ਮੌਜੂਦ ਨੇ ਜਾਣੇ ਮਾਣੇ ਆਚਾਰਿਆ ਮਨੀਸ਼ ਜੀ ਆਯੁਰਵੇਦ ਦੇ ਨਾਲ ਜੁੜੇ ਨੇ ਕਾਫੀ ਲੰਬੇ ਸਮੇਂ ਤੋਂ, ਤੁਸੀਂ ਵੀ ਵੇਖਿਆ ਹੋਣਾ। ਤੇ ਨਾਲ ਹੀ ਜਿਹੜੇ ਲੀਵਰ ਫੇਲ ਜਾਂ ਗੁਰਦੇ ਫੇਲ ਤਰ੍ਹਾਂ ਦੇ ਜਿੰਨੇ ਵੀ ਆਰਗਨਸ ਫੇਲ ਹੁੰਦੇ ਨੇ ਉਹਨੂੰ ਲੈ ਕੇ ਕੰਮ ਕਰ ਰਹੇ ਨੇ। ਆਯੁਰਵੇਦ ਦੇ ਵਿੱਚ ਵੀ ਕਾਫੀ ਕੁਝ ਹੈ ਮਾਡਰਨ ਤੋਂ ਹਟ ਕੇ, ਉਸ ਚੀਜ਼ ਨੂੰ ਲੈ ਕੇ ਆਪਾਂ ਗੱਲ ਕਰਨ ਲਈ ਆਚਾਰਿਆ ਮਨੀਸ਼ ਜੀ ਕੋਲ ਆਏ ਹਾਂ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ। ਮਨੀਸ਼ ਜੀ, ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਹੈ ਅੱਜ ਕੱਲ੍ਹ ਬੱਚੇ ਤੋਂ ਲੈ ਕੇ ਬੂढ़े ਤੱਕ 'ਚ ਔਰਗਨ 'ਚ ਕਈ ਫੇਲੀਅਰ ਆ ਰਹੇ ਨੇ, ਹਾਰਟ ਤੋਂ ਲੈ ਕੇ ਹਾਰਟ ਦੇ ਕੇਸਿਸ ਬੜੇ ਨੇ। ਹਾਂ, ਜਿਹੜਾ ਹੁਣ ਸੁਣ ਰਹੇ ਆਪਾਂ, ਕਦੀ ਗਰਭਾ ਕਰਦੇ ਡੈਥ ਹੋ ਰਹੀ ਹੈ, ਕਦੀ ਕਿਸੇ ਨੂੰ ਹਾਰਟ ਅਟੈਕ ਪੈ ਰਿਹਾ ਹੈ, ਕਿਸੇ ਦਾ ਹਾਰਟ ਫੇਲ ਹੋ ਰਿਹਾ ਹੈ, ਐਵੇਂ ਹੀ ਕਈਆਂ ਦੀ ਕਿਡਨੀ ਫੇਲ ਹੋ ਰਹੀ ਹੈ, ਕਿਸੇ ਦਾ ਲੀਵਰ ਫੇਲ ਹੋ ਰਿਹਾ ਹੈ, ਕਿਸੇ ਨੂੰ ਕੈਂਸਰ ਹੋ ਰਿਹਾ। ਅੱਜ ਕੱਲ੍ਹ ਬਿਮਾਰੀਆਂ ਬਹੁਤ ਵੱਧ ਰਹੀਆਂ ਨੇ ਅਤੇ ਉਹਦੇ ਵਿੱਚ ਕਾਰਨ ਇੱਕੋ ਹੀ ਹੈ, ਖਾਣਾ ਪੀਣਾ, ਸਾਡਾ ਲਾਈਫ ਸਟਾਈਲ ਅਤੇ ਦਵਾਈਆਂ ਦੇ ਸਾਈਡ ਇਫੈਕਟ। ਜਿਹੜੇ ਇਸ ਟਾਈਮ ਆਪਾਂ ਦਵਾਈ ਬਿਨਾਂ ਆਪਣੇ ਦਿਮਾਗ ਦਾ ਲਈ ਜਾਂਦੇ ਹਾਂ, ਐਂਟੀਬਾਇਓਟਿਕ ਬਹੁਤ ਯੂਜ਼ ਕਰ ਰਹੇ ਹਾਂ, ਜਾਂ ਕੋਈ ਵੀ ਆਪਾਂ ਵਾਇਰਲ ਇਨਫੈਕਸ਼ਨ ਨੂੰ ਖਤਮ ਕਰਨ ਵਾਸਤੇ ਦਵਾਈ ਲੈ ਲੈਂਦੇ ਹਾਂ। ਬੇਸਿਕਲੀ ਆਪਾਂ ਬਿਮਾਰੀ ਦੀ ਜੜ੍ਹ 'ਤੇ ਕੰਮ ਨਹੀਂ ਕਰ ਰਹੇ, ਬਿਮਾਰੀ ਨੂੰ ਦਬਾਉਣ 'ਤੇ ਕੰਮ ਕਰ ਰਹੇ ਹਾਂ। ਇਸ ਟਾਈਮ ਪੂਰਾ ਵਰਲਡ, ਪੂਰੀ ਦੁਨੀਆ, ਪੂਰਾ ਦੇਸ਼, ਅਸੀਂ ਕੀ ਕਰ ਰਹੇ ਹਾਂ, ਬਿਮਾਰੀ ਦੀ ਜੜ੍ਹ ਲੱਭਦੇ ਹਾਂ ਅਤੇ ਜੜ੍ਹ 'ਤੇ ਕੰਮ ਕਰਦੇ ਹਾਂ, ਤਾਂ ਅਸੀਂ ਲੋਕਾਂ ਨੂੰ ਠੀਕ ਕਰ ਪਾਉਂਦੇ ਹਾਂ। ਮਨੀਸ਼ ਜੀ, ਮਾਡਰਨ ਇਲਾਜ ਤਾਂ ਬਹੁਤ ਸਾਰੇ ਨੇ, ਇੱਕ ਤੋਂ ਇੱਕ ਰੋਬੋਟ ਵੀ ਆ ਗਏ ਨੇ ਜਿਹੜੇ ਇਲਾਜ ਕਰ ਰਹੇ ਨੇ ਡਾਇਲਿਸਿਸ ਨੂੰ ਲੈ ਕੇ, ਕਿਡਨੀ ਫੇਲੀਅਰ ਨੂੰ ਲੈ ਕੇ। ਮੈਂ ਕਿਡਨੀ ਫੇਲੀਅਰ ਨੂੰ ਜ਼ਿਆਦਾ ਜ਼ੋਰ ਦੇ ਰਿਹਾ ਅਤੇ ਕਿਡਨੀ ਫੇਲੀਅਰ ਨੇ ਲੈ ਕੇ ਆਯੁਰਵੇਦ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੀ ਤਰੱਕੀ ਕਰ ਚੁੱਕਾ ਹੈ ਅਤੇ ਕਿੰਨੇ ਇਲਾਜ ਤੋਂ ਬਾਅਦ ਕਿੰਨਾ ਚੰਗਾ ਹੋ ਜਾਂਦਾ ਹੈ ਪਹਿਲੇ ਦੇ ਮੁਕਾਬਲੇ। ਦੇਖੋ, ਕਿਡਨੀ ਫੇਲ, ਪਹਿਲੀ ਗੱਲ ਤਾਂ ਕਿਡਨੀ ਫੇਲ ਆਪਾਂ ਪਹਿਲਾਂ ਇਹ ਲੱਭਦੇ ਹਾਂ ਕਿਡਨੀ ਕਿੰਨੀ ਫੇਲ। ਅਸੀਂ ਪਹਿਲਾਂ ਸਭ ਤੋਂ ਪਹਿਲਾਂ ਪੇਸ਼ੈਂਟ ਦਾ ਕਰਨੇ ਆ DTPA ਸਕੈਨ ਕਿ ਕਿਡਨੀ ਕੰਮ ਕਿੰਨਾ ਕਰ ਰਹੀ ਹੈ, 5%, 2%, 10%, ਤਾਂ ਕਿ 3 ਮਹੀਨੇ ਬਾਅਦ ਪੇਸ਼ੈਂਟ ਦੁਬਾਰਾ ਕਰਾਵੇ, ਉਹਨੂੰ ਦਿਖੇ ਵੀ ਇੰਪਰੂਵਮੈਂਟ। ਜਦ ਕਿ ਵੱਡੇ ਡਾਕਟਰ ਇਹ DTPA ਸਕੈਨ ਨਹੀਂ ਕਰਾਉਂਦੇ, ਕਿਉਂਕਿ ਕਿਡਨੀ ਪਤਾ ਲੱਗ ਜਾਏਗੀ ਕਿੰਨਾ ਕੰਮ ਕਰ ਰਹੀ ਹੈ। ਉਹਨਾਂ ਦਾ ਮਕਸਦ ਇੱਕ ਹੁੰਦਾ, ਬਸ ਤੁਸੀਂ ਡਾਇਲਿਸਿਸ ਕਰਾਓ, ਫਿਰ ਤੁਸੀਂ ਪਰੇਸ਼ਾਨ ਹੋ ਕੇ ਟ੍ਰਾਂਸਪਲਾਂਟ ਕਰਾਓ, ਅਤੇ ਟ੍ਰਾਂਸਪਲਾਂਟ ਵੀ ਫੇਲ ਹੋ ਜਾਂਦਾ ਹੈ। ਮੈਂ ਤੁਹਾਨੂੰ ਹੁਣੇ ਇੱਥੇ ਹੀ ਪੇਸ਼ੈਂਟ ਮਿਲਵਾ ਸਕਦਾ, ਸਾਡੇ ਹਸਪੀਟਲ ਐਡਮਿਟ ਇਸ ਟਾਈਮ ਹੁਣੇ ਉਹਨੇ 2021 ਟ੍ਰਾਂਸਪਲਾਂਟ ਕਰਾਇਆ ਸੀਗਾ, 22 ਵੀ ਨਹੀਂ ਹਜੇ ਚੱਲਿਆ, 22 ਦੀ ਜੂਨ 'ਚ ਉਹਦਾ ਫੇਲ ਹੋ ਗਿਆ, 21 ਦੀ ਅਕਤੂਬਰ 'ਚ ਕਰਾਇਆ ਸੀ, ਯਾਨੀ ਕਿ 6 ਮਹੀਨੇ ਬਾਅਦ ਕਿਡਨੀ ਫੇਲ ਹੋ ਗਈ। ਮੇਰੇ ਕੋਲ ਐਵੇਂ ਦੇ ਪੇਸ਼ੈਂਟ ਨੇ 4 ਦਿਨ ਬਾਅਦ ਕਿਡਨੀ ਫੇਲ ਹੋ ਗਈ, 40 ਦਿਨ ਬਾਅਦ ਫੇਲ ਹੋ ਗਈ, ਕਿਡਨੀ ਦੁਬਾਰਾ ਫੇਲ ਹੋ ਜਾਂਦੀ ਹੈ। ਕਿਸੇ ਦੀ 5-7 ਸਾਲ ਚੱਲਦੀ ਹੈ, ਉਹ ਵੀ ਲੇਕਿਨ ਬਹੁਤ ਗੰਦੀ ਦਵਾਈਆਂ, ਬੜੇ ਜ਼ਿਆਦਾ ਸਾਈਡ ਇਫੈਕਟ ਦੇ ਨਾਲ। ਅਸੀਂ ਕੀ ਕਰਦੇ ਹਾਂ, ਕਿਡਨੀ ਨੂੰ ਨੈਚੁਰਲ ਡਾਇਲਿਸਿਸ ਕਰਾਉਂਦੇ ਹਾਂ, ਬੋਡੀ ਨੂੰ ਇੰਨਾ ਸਟਰੋਂਗ ਬਣਾਉਂਦੇ ਹਾਂ, ਐਵੇਂ ਦੀ ਡਾਈਟ ਦੱਸਦੇ ਹਾਂ, ਐਵੇਂ ਦਾ ਲਾਈਫ ਸਟਾਈਲ ਦੱਸਦੇ ਹਾਂ ਕਿ ਬੋਡੀ ਦੀ ਕਿਡਨੀ ਆਪੇ ਕੰਮ ਕਰੇ, ਆਪਣੇ ਆਪ ਨੂੰ ਰਿਜਨਰੇਟ ਕਰੇ। ਜਿਵੇਂ ਛਿਪਕਲੀ ਹੈ, ਉਹ ਆਪਣੀ ਪੂੰਛ ਗਿਰਾ ਦਿੰਦੀ ਹੈ, ਜਦੋਂ ਚਾਹੋ ਦੁਬਾਰਾ ਉਗਾ ਲੈਂਦੀ ਹੈ। ਐਵੇਂ ਹੀ ਰਿਸਰਚਿਸ ਹੋ ਚੁੱਕੀਆਂ ਅਮਰੀਕਾ ਵਿੱਚ, ਜਾਪਾਨ ਵਿੱਚ, ਪੂਰੇ ਵਰਲਡ ਦੀ ਕਈ ਕੰਟਰੀਆਂ 'ਚ ਕਿ ਕਿਡਨੀ ਰੀਗਰੋ ਕਰਨ 'ਚ ਆਪਣੇ ਆਪ ਨੂੰ ਸક્ષਮ ਹੈ। ਆਯੁਰਵੇਦ ਦੇ ਅੰਦਰ ਚਰਕ ਸੰਹਿਤਾ ਦੇ ਅੰਦਰ 14/44 ਇੱਕ 14ਵੇਂ ਚੈਪਟਰ ਹੈ, 44 ਨੰਬਰ ਸ਼ਲੋਕ ਵਿੱਚ ਪੂਰਾ ਅਵਗਾਹ ਸਵੇਦ ਦਾ ਵਰਣਨ ਹੈ, ਯਾਨੀ ਕਿ ਗਰਮ ਪਾਣੀ ਦੀ ਥੈਰੇਪੀ ਦਾ ਵਰਣਨ ਹੈ ਕਿ ਉਸ ਟੱਬ ਵਿੱਚ ਬੈਠ ਕੇ ਬੋਡੀ ਨੂੰ ਰਿਜੂਨੇਟ ਕਰਨਾ ਹੈ ਅਤੇ ਪਸੀਨਾ ਕੱਢਣਾ ਹੈ। ਅਸੀਂ ਵੀ ਉਹੀ ਥੈਰੇਪੀ, ਉਹੀ ਪੰਚਕਰਮਾ, ਨੈਚੁਰੋਪੈਥੀ ਇੱਥੇ ਅਪਣਾਉਂਦੇ ਹਾਂ ਹਸਪੀਟਲ 'ਚ, ਅਤੇ ਕਿਡਨੀ ਫੇਲ ਪੇਸ਼ੈਂਟ ਨੂੰ ਡਾਇਲਿਸਿਸ ਦੇ ਬਗੈਰ ਹੀ ਠੀਕ ਕਰਨ 'ਚ ਪੂਰੀ ਕੋਸ਼ਿਸ਼ ਕਰਦੇ ਹਾਂ ਆਪਾਂ। ਆਯੁਰਵੇਦ ਇਸ ਦਾ ਇਲਾਜ ਕਿੰਨੇ ਸਮੇਂ ਦੇ ਵਿੱਚ ਕਰ ਲੈਂਦਾ ਹੈ, ਕਿਡਨੀ ਟ੍ਰਾਂਸਪਲਾਂਟ ਜਾਂ ਕਿਡਨੀ ਫੇਲੀਅਰ ਦੀ ਗੱਲ ਕੀਤੀ ਜਾਵੇ ਤਾਂ, ਔਰ ਮਾਡਰਨ ਦੇ ਵਿੱਚ ਕਿੰਨਾ ਫਰਕ ਹੈ ਮਾਡਰਨ ਇਲਾਜ ਤੋਂ ਹਟ ਕੇ? ਸਾਡੇ ਕੋਲ ਲਗਭਗ ਮੰਨ ਕੇ ਚੱਲੋ 7 ਤੋਂ 15 ਦਿਨ ਦੇ ਅੰਦਰ ਨਾ ਲਗਭਗ 70% ਪੇਸ਼ੈਂਟ ਦਾ ਡਾਇਲਿਸਿਸ ਬੰਦ ਹੋ ਜਾਂਦਾ ਹੈ, 70% ਪੇਸ਼ੈਂਟ ਦਾ। ਅਤੇ ਜਿਹੜੇ ਪੇਸ਼ੈਂਟ ਸਟੇਬਲ ਨੇ, ਜਿਨ੍ਹਾਂ ਨੂੰ ਮਤਲਬ ਡਾਇਲਿਸਿਸ ਚੱਲ ਰਿਹਾ, ਸਿਰਫ ਉਹ ਸਾਨੂੰ ਕਹਿਣਾ ਮੰਨ ਲੈਣ, ਸਾਡੇ ਦੱਸਾ ਖਾਣਾ ਖਾ ਲੈਣ, ਜੋ ਅਸੀਂ ਕਹੀਏ ਨਹੀਂ ਖਾਣਾ ਉਹ ਨਾ ਖਾਣ, ਅਤੇ ਦੁਬਾਰਾ ਉਹੀ ਕਿਡਨੀ ਕੰਮ ਕਰ ਪੈਂਦੀ ਹੈ। ਠੀਕ ਹੈ, ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਖਾਣ ਪੀਣ ਇੱਕ ਸਭ ਤੋਂ ਵੱਡੀ ਵਜ੍ਹਾ ਹੈ ਆਰਗਨ ਫੇਲੀਅਰ ਦੀ। ਤੁਸੀਂ ਪਹਿਲਾਂ ਵੀ ਇੱਕ ਵਾਰੀ ਕਾਨਫਰੰਸ ਕਰਵਾਈ ਸੀਗੀ, ਉਸ 'ਚ ਤੁਸੀਂ ਮਿਲਟਸ ਨੂੰ ਜ਼ਿਆਦਾ ਪ੍ਰਮੋਟ ਕੀਤਾ ਸੀ, ਤਾਂ ਮਿਲਟਸ ਬਾਰੇ ਕੀ ਕਹਿਣਾ ਤੁਸੀਂ, ਅਤੇ ਆਮ ਲੋਕ ਮਿਲਟਸ ਨੂੰ ਆਪਣੇ ਡੇਲੀ ਰੋਜ਼ਾਨਾ ਖਾਣ ਪੀਣ ਦੇ ਵਿੱਚ ਕਿਸ ਤਰ੍ਹਾਂ ਸ਼ਾਮਿਲ ਕਰ ਸਕਦੇ ਨੇ? ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਗੇਹੂੰ ਅਤੇ ਚਾਵਲ ਆਪਣੇ ਮੁੱਖ ਅੰਨ ਨੇ। ਗੇਹੂੰ ਵਿੱਚ ਸਿਰਫ 1% ਫਾਈਬਰ ਹੈ, ਚਾਵਲ ਵਿੱਚ 0.2% ਫਾਈਬਰ ਹੈ। ਪਲੱਸ ਇਹਨਾਂ ਦੇ ਅੰਦਰ ਇੱਕ ਸਭ ਤੋਂ ਵੱਡੀ ਕਮੀ ਕੀ ਹੈ ਕਿ ਜਦੋਂ ਇਹ ਬੋਡੀ ਜਾਂਦੇ ਹੈ ਅਤੇ ਵਿਦਿਨ 30 ਮਿੰਟਸ ਇਹ ਆਪਣਾ ਸਾਰਾ ਗਲੂਕੋਜ਼ ਬਲੱਡ 'ਚ ਪਾ ਦਿੰਦੇ ਹੈ। ਸਾਡੇ ਬਲੱਡ 'ਚ ਗਲੂਕੋਜ਼ ਦੀ ਸਪਾਈਕ ਆ ਜਾਂਦੀ ਹੈ, ਉਹਦੇ ਪਿੱਛੇ ਫਿਰ ਇਨਸੂਲਿਨ ਦੀ ਸਪਾਈਕ ਆਉਣੀ ਪੈਂਦੀ ਹੈ, ਯਾਨੀ ਕਿ ਡਬਲ ਨੁਕਸਾਨ ਹੁੰਦਾ ਹੈ ਗੇਹੂੰ ਚਾਵਲ ਖਾਣ ਨਾਲ। ਸ਼ੂਗਰ ਇੱਕਦਮ ਬਲੱਡ 'ਚ ਚਲੀ ਜਾਏਗੀ, ਤੁਸੀਂ ਚੈੱਕ ਕਰਾਓਗੇ ਗੇਹੂੰ ਖਾਣ ਦਾ ਸ਼ੂਗਰ ਵਧੀਆ ਆਏਗੀ। ਲੇਕਿਨ ਮਿਲਟਸ ਕੀ ਹੈ, ਉਹਨਾਂ ਦੇ ਅੰਦਰ ਜਿਹੜੀ ਫਾਈਬਰ ਹੈ, ਕਾਰਬੋਹਾਈਡਰੇਟ ਦੀ ਸੰਰਚਨਾ ਉਹ ਸਪਾਈਰਲ ਸ਼ੇਪ ਵਿੱਚ ਹੈ, ਉਹ ਪੂਰਾ ਦਿਨ ਹੌਲੀ ਗਲੂਕੋਜ਼ ਦਿੰਦਾ ਬਲੱਡ ਨੂੰ, ਇੰਟੈਲੀਜੈਂਸ, ਜਿਵੇਂ ਫਰੂਟਸ ਦਿੰਦੇ ਆ ਇੰਟੈਲੀਜੈਂਟਲੀ, ਉਹ ਸੇਮ ਮਿਲਟਸ ਦੀ ਸ਼ਕਤੀ ਹੈਗੀ ਹੈ। ਮਿਲਟਸ ਅਸੀਂ 5 ਤਰ੍ਹਾਂ ਦੇ ਕਹਿੰਦੇ ਹਾਂ ਖਾਣ ਵਾਸਤੇ, ਜਿਹਨੂੰ ਆਪਾਂ ਪੋਜ਼ਿਟਿਵ ਮਿਲਟਸ ਕਹਿੰਦੇ ਹਾਂ। ਇਹਨਾਂ ਵਿੱਚ 8 ਤੋਂ 12% ਫਾਈਬਰ ਹੈ। ਪਲੱਸ ਸਭ ਤੋਂ ਵੱਡਾ ਗੱਲ ਹੈ ਕਿ ਗਲੂਕੋਜ਼ ਸਲੋ ਛੱਡਦੇ ਹੈ। ਦੂਜੀ ਗੱਲ, ਇਹ ਨੈਚੁਰਲ ਹੈ, ਇਹ ਹਜੇ ਛੇੜਛਾੜ ਨਹੀਂ ਹੋਈ, ਇਹਨਾਂ 'ਤੇ ਸਪਰੇ ਨਹੀਂ ਯੂਜ਼ ਹੋਇਆ, ਇਹਨਾਂ 'ਤੇ ਕੋਈ ਕੈਮੀਕਲ ਨਹੀਂ ਯੂਜ਼ ਆਇਆ, ਮਿੱਟੀ ਵਧੀਆ ਚੁੱਕਦੇ ਆ, ਨੈਚੁਰਲ ਉਗਦੇ ਆ।
ਦੂਜਾ ਇੱਕ ਇਕਨੋਮਿਕ ਬੈਨੀਫਿਟ ਵੀ ਹੈ। 1 किलो चावल उगाने 2500 लीटर पानी लगता है, 1 किलो गेहूं उगाने 600 लीटर पानी लगता है, जबकि 1 किलो मिलट उगाने 200 लीटर पानी लगता है। तो ये देश वास्ते भी चंगा है, पंजाब वास्ते वैसे ही चंगा है, क्योंकि पंजाब में पहले ही पानी थले चला गया साडा, इत्थे पानी की समस्या बहुत है। तो मतलब मिलट साडे भारत वास्ते बहुत जरूरी है, हर बंदे नूं खाने हैं। बस मिलट्स की तुसीं विधियां सीख लो, यूट्यूब ते साडी वीडियोज़ हैं, फेसबुक ते साडी वीडियोज़ हैं, तुसीं सर्च करोगे मिल जाएगी हाउ टू कुक मिलट्स या मिलट की रेसिपीज़। मिलट बिल्कुल सिंपल है, जिवें चावल बनते हैं उवें ही भिगो के मिलट नूं बनाना होंदा है। बस शर्त की है कि मिलट नूं घट्टो घट्ट 6 तो 8 घंटे भिगोना होंदा है, ताकि वो नरम हो जाए, उन्हां दा टॉक्सिन निकल जाए, जिहड़ा एंटी न्यूट्रिएंट पार्ट है वो निकल जाए, तो उनका जिहड़ा एक्टिव पार्ट है इंग्रीडिएंट वो एक्टिव हो जाए, जिहड़ा न्यूट्रिएंट पार्ट है वो ग्रोइंग फॉर्म में आ जाए। जिवें आपां कहने अंकुरित अन्न बहुत चंगा होंदा है, एवें जिहड़ा मिलट्स नूं भिगो के रखते हैं तो उन्हां दे अंदर जिहड़ा फाइबर है, जो उन्हां दे अंदर न्यूट्रिशन है वो इस फॉर्म में आंदा है, सॉल्यूबल फॉर्म में आ जाता है, बॉडी डाइजेस्ट कर लैंदी है। जबकि तुसीं जिहड़ा गेहूं खा रहे हो, तुसीं गेहूं आप तो पिसवा नहीं रहे हो, ना उन्होंने तुसीं भिगो रहे हो, तुसीं सीधा चक्की तो लैके पीस के खा रहे हो। जबकि तुसीं तुहाडे पुराने टाइम ते तुसीं याद करो, साडे घरां 'च गेहूं नूं पहले पुराना करदे सी, ड्रम 'च लैके भरदे सी, 2-3 महीने उन्होंने पुराना करते सी, फिर उन्होंने पहले धोंदे सी, भिगो के रखते सी 4 घंटे, फिर सुकाते सी, फिर पिसवाते सी 1 हफ्ते का, क्योंकि हफ्ते बाद जिहड़ा अन्न है उन्होंने गेहूं का आटा पिसवाओगे उनका न्यूट्रीएंट पार्ट जीरो हो जाता है, उनके कई तरह के बैक्टीरिया पैदा हो जाते हैं, कई तरह के वायरस पैदा हो जाते हैं। आप की करें चक्की का आटा ले रहे महीने का इकट्ठा, वो महीने का आटा जहर है, वो खाओगे तो कई तरह की एलर्जीज होंगियां, थोड़ा लीवर खराब होएगा। आजकल तुसीं दसो यंग एज भी बच्चा नहीं पैदा कर पा रही, क्योंकि शरीरे शुक्राणु घट गए, अंडाणु घट गए। वो क्यों नहीं हो पा रहा? क्योंकि साडा अन्न ही खराब हो गया, दूषित हो गया। खाली पेस्टिसाइड भी रोला नहीं का, गेहूं की अपनी जी फॉर्मेशन है वही बड़ी गंदी हो जाती है, मतलब बॉडी वास्ते नुकसानदायक हो जाता है। तो गेहूं चावल छड्डो तो मिलट्स नूं अपनाओ। आचार्य मनीष जी, तुसीं मिलट्स बारे दसता, अज के टाइम के फूड जिहड़े फैक्ट्री फूड हो गए, जिवें बर्गर हो गया, पीज़ा हो गया, नूडल्स, अजकल के बच्चे आम नहीं खाते। मापे की कुछ करन कि बच्चों को उन्होंने डाइट जो है नूडल्स तो हटा के मिलट्स वाल कर सकन, या किस तरह का खाण पीण के सब्जियों के चेंज कर सकते हैं कि बच्चे भी खुश रहन ते मापे भी खुश हो जाए। देखो मैं तो चाहना सरकार तो भी अपील है तो माँ प्यो तो भी अपील है कि तुसीं जो खुद खाते हो ना बच्चे वही खाते हैं। तुसीं घरे अगर किचन में बनाने ही मिलट शुरू कर दोगे बच्चे भी वही खाएंगे, तुसीं आप फ्रूट की प्लेट खाओगे बच्चे भी वही खाएंगे। बच्चे माँ प्यो को देख के सीखते हैं, और प्यो आप दारू पींदा होवे बच्चे को किवें कहूगा दारू पुत्तर बुरी चीज़ है, तो इस वास्ते तो माँ प्यो को सुधरना पैना। दूजा स्कूलों में टीचर्स नूं ते प्रिंसीपल्स नूं ये ट्रेनिंग शुरू करनी चाहिए अपने स्कूलों में, तो उन्होंने बच्चों को सिखाना चाहिए कि हैल्दी पीपल ही, हैल्दी बंदा ही फ्यूचर सही दिमाग वाला व्यक्ति बनेगा। क्योंकि आजकल की हो रहा है, मैं छोटे छोटे बच्चों की किडनियाँ फेल हो रही हैं, छोटे छोटे बच्चों को चश्मे लग जाते हैं, छोटे छोटे बच्चों को आजकल प्रोस्टेट की दिक्कत हो रही है, उन्होंने वैरिकोसील हो रहा है, उन्होंने कई तरह के हरनियाँ हो रही है, बच्चों को लोगों के पैर टेढ़े हो रहे हैं, बच्चे दिमाग तो पैदल हो रहे हैं, बच्चे डिप्रैशन में आके आत्महत्या कर रहे हैं। वजह सारा रॉन्ग फूड है। तो माँ प्यो तो स्कूलों को ड्यूटी लैनी पेगी, सरकार भी जिम्मेदार है, सरकार को भी चाहिए है हर स्कूल एक ट्रेनिंग शुरू कराए योग की, आयुर्वेद की, नेचुरोपैथी की, कि वट टू ईट वट नॉट टू ईट, किस चीज़ के साथ किस चीज़ को नहीं खाना। जैसे आयुर्वेद में साफ साफ लिखा हुआ है दूध के साथ कोई फ्रूट नहीं खाना चाहिए। पूरा हिंदुस्तान मैंगो शेक बनाना शेक पीती जाता है। अगर तुम शेक पीना है तो नारियल का दुध कढ़ के उन्हें अंब पा लो, उन्हें केला पा लो, उस तो स्वाद बनता है। लेकिन किसी ने दसिया नहीं कभी। मूँगफली का शेक बना लो, बादाम का शेक बना लो, मूँगफली के बादाम नूं भिगो के रखो 8 घंटे, उन्होंने मिक्सी ग्राइंड कर लो, कपड़े नाल निचोड़ लो, दूध निकल गया, उन्हें अंब पा के खाओ, केला पा के खाओ, कोई चक्कर ही नहीं का। लेकिन एक गां मज का दुध ना वरतो, तो मज का बिल्कुल ना वरतो। अगर गां का वरतना भी हो तो देसी गां का। और अजकल गां बोलते हैं तो पंगा पैंदा, जर्सी गां, HF गां, अमरीकन गां, ऑस्ट्रेलियन गां, अफ्रीकन गां। ये गावां का रोला की है, एक गां सारी सूअर तो संकर नस्ल तो बनी हुई है, ये जेनेटिकली मॉडिफाइड है। एक गां का दुध साढ़े वास्ते अच्छा नहीं गा, इनू आप कहने अपनी माँ का दुध वर्गा नहीं गा। हाँ देसी गां जी भारत की हैगी है, उनका दुध माँ वर्गे दुध वर्गा है, लेकिन वो देसी गां भी जड़ी बूटियां खावे, चरदी फिरदी होवे तां वो दुध भी वधिया है। माँ का दुध तो पीना ही चाहिए। मैं तुहानू एक पूछदा, हमारे घरों में कहावत है गाय हमारी और भैंस अकल बड़ी के, गई भैंस काला अक्षर जिसकी लाठी भैंस के आगे। ये सारी कहावत भैंस से ही क्यों है? साढ़े पूर्वज जी सानू कहना चाहिए सी कि भैंस का दूध पीने लायक नहीं है। अगर भैंस का दूध पीने लायक होता तो जापान क्यों नहीं पीता, अमेरिका क्यों नहीं पीता, ऑस्ट्रेलिया क्यों नहीं पीता, न्यूजीलैंड, अफ्रीका, मुझे कोई देश का नाम तो बताओ। पूरी दुनिया में 235 देश हैं। मैं चैलेंज करता हूँ
सिर्फ 3 देश हैं दुनिया में जो भैंस का दूध पीते हैं, बाकी कोई नहीं पीता। तो सियाणे वो है, हम नहीं। हम भारतीय सियाणे थे अगर देसी गाय का दूध पिएंगे तो। ਮਨੀਸ਼ ਜੀ ਆਖਰੀ ਸਵਾਲ ਹੈ ਮੇਰਾ, ਆਯੁਰਵੇਦ ਦੇ ਵਿੱਚ ਜਿਹੜੇ ਲੋਕ ਜਿਹੜੇ ਨਸ਼ਾ ਕਰਦੇ ਨੇ, ਸਿਗਰਟ ਹੋ ਗਿਆ, ਦਾਰੂ ਹੋ ਗਿਆ, ਆਯੁਰਵੇਦ ਉਹਨਾਂ ਦੇ ਲਈ ਕਿਵੇਂ ਕੰਮ ਕਰ ਸਕਦਾ ਹੈ ਤੇ ਕਿੰਨਾ ਫਾਇਦੇਮੰਦ है? देखो, आयुर्वेद में ऐसी जड़ी बूटियां हैं, कुछ ऐसी दवाएं हैं, कुछ ऐसी हर्ब्स हैं जिसको हम इस्तेमाल करें तो इच्छा ही नहीं होती। जैसे मैंने अभी एक छोटा सा दांतों के लिए लिक्विड बनाया है, दांतों को साफ़ करने के लिए, बड़ी सस्ता सा है। अब मैंने उसको कम से कम 150 पेशेंट को दिया जो सिगरेट बीड़ी जमदा तंबाकू खाते थे। वो कहते हैं एक बार इसको दांतों पे मल लेते हैं ना तो 8-10 घंटे तक हमें तलब ही नहीं उठती। 8-10 उसमें है क्या, पुदीना है, पिपरमेंट है, इसके अलावा आपका उसमें हल्की सी गिलोय डली हुई है, हल्दी डली हुई है, 11 जड़ी बूटियाँ डली हुई हैं। तो ऐसे आयुर्वेद में बहुत कुछ है। अगर आप आयुर्वेद के डॉक्टर से मिलते हो, वैद्य से मिलते हो, असली अच्छे आयुर्वेद वाले से, तो वो आपको ऐसी जड़ी बूटियाँ बताएगा कि आपकी बॉडी को इच्छा ही नहीं होगी। और इच्छा शक्ति का ही खेल है सारा।